ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਵੀਡੀਓ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਅਭਿਆਸ 6ਵੀਂ ਕਲਾਸ ਦਾ ਅਧਿਆਇ ਪਲੇਇੰਗ ਵਿਦ ਨੰਬਰਸ, ਸੰਖਿਆਵਾਂ ਦੇ ਨਾਲ ਖੇਡਣਾ। ਅਸੀਂ ਲਾਸਟ ਵੀਡੀਓ ਦੇ ਵਿੱਚ ਸ਼ੁਰੂ ਕੀਤਾ ਸੀ। ਉਹਦੇ 'ਚ ਅਸੀਂ ਸੰਖਿਆਵਾਂ ਦੇ ਗੁਣਨਖੰਡ ਮੀਨਸ ਫੈਕਟਰਸ ਤੇ ਗੁਣਜ ਭਾਵ ਮਲਟੀਪਲਸ ਆਪਾਂ ਕਿਵੇਂ ਫਾਈਂਡ ਕਰਦੇ ਹਾਂ ਉਹਦੇ ਬਾਰੇ ਸਿੱਖਿਆ ਸੀ ਤੇ ਐਕਸਰਸਾਈਜ਼ 3.1 ਦੇ ਸਵਾਲ ਵੀ ਆਪਾਂ ਕੀਤੇ ਸੀ। ਅਭਿਆਸ 3.1 ਦੇ ਸਵਾਲ ਵੀ ਕੀਤੇ ਸਨ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਭਾਜ ਤੇ ਅਭਾਜ ਸੰਖਿਆਵਾਂ ਮੀਨਸ ਪ੍ਰਾਈਮ ਨੰਬਰਸ ਤੇ ਕੰਪੋਜ਼ਿਟ ਨੰਬਰਸ ਦੇ ਬਾਰੇ ਜਾਣਾਂਗੇ ਤੇ ਐਕਸਰਸਾਈਜ਼ 3.2 ਦੇ ਪਹਿਲੇ 5 ਸਵਾਲ ਵੀ ਕਰਾਂਗੇ। ਠੀਕ ਹੈ, तो आओ शुरू करते हैं ਅੱਜ ਦਾ ਲੈਸਨ। ਸਭ ਤੋਂ ਪਹਿਲਾਂ ਤੁਸੀਂ ਇੱਕ ਸਾਰਣੀ ਜਿਹੜੀ ਦੇਖ ਰਹੇ ਹੋ, ਇਸ ਸਾਰਣੀ ਦੇ ਵਿੱਚ ਇੱਕ ਕਾਲਮ ਦੇ ਵਿੱਚ ਸੰਖਿਆਵਾਂ ਲਿਖੀਆਂ ਹੋਈਆਂ ਨੇ, ਦੂਜੇ ਕਾਲਮ ਦੇ ਵਿੱਚ ਉਹਨਾਂ ਸੰਖਿਆਵਾਂ ਦੇ ਗੁਣਨਖੰਡ ਲਿਖੇ ਹੋਏ ਨੇ ਤੇ ਤੀਜੇ ਕਾਲਮ ਦੇ ਵਿੱਚ ਇਹ ਲਿਖਿਆ ਹੋਇਆ ਕਿ ਸੰਖਿਆਵਾਂ ਦੇ ਗੁਣਨਖੰਡਾਂ ਦੀ ਸੰਖਿਆ ਕਿੰਨੀ ਕਿੰਨੀ ਹੈ। ਠੀਕ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਅਗਰ ਸੰਖਿਆ 1 ਦੀ ਗੱਲ ਕਰੀਏ तो संख्या 1 ਦਾ ਸਿਰਫ ਇੱਕ ਗੁਣਨਖੰਡ ਹੈ ਸਾਡੇ ਕੋਲ। ਠੀਕ ਹੈ, तो ਇੱਥੇ ਸੰਖਿਆ ਦੀ ਗੁਣਨਖੰਡਾਂ ਦੀ ਜਿਹੜੀ ਸੰਖਿਆ ਲਿਖੀ ਗਈ ਹੈ ਇਸੇ ਢੰਗ ਦੇ ਨਾਲ 2 ਦੇ ਤੁਸੀਂ ਦੇਖ ਸਕਦੇ ਹੋ 2 ਗੁਣਨਖੰਡ ਨੇ ਸਾਡੇ ਕੋਲ, ਕਿਉਂਕਿ 2 ਜਿਹੜਾ ਹੈ ਉਹ 1 ਦੇ ਪਹਾੜੇ ਵਿੱਚ ਵੀ ਜਾਂਦਾ ਹੈ, 2 ਦੇ ਪਹਾੜੇ ਵਿੱਚ ਵੀ ਆਉਂਦਾ ਹੈ। ਠੀਕ ਹੈ, तो ਇਹਦੇ ਸਾਡੇ ਕੋਲ ਗੁਣਨਖੰਡਾਂ ਦੀ ਗਿਣਤੀ ਜਿਹੜੀ ਉਹ 2 ਹੈ। ਇਸੇ ਤਰ੍ਹਾਂ 3 ਦੇ ਗੁਣਨਖੰਡ ਸਾਡੇ ਕੋਲ 2 ਨੇ, 4 ਦੇ ਗੁਣਨਖੰਡ ਸਾਡੇ ਕੋਲ 3 ਨੇ। ਠੀਕ ਹੈ, ਕਿਉਂਕਿ 4 ਜਿਹੜਾ ਹੈ ਉਹ 1 ਦੇ ਪਹਾੜੇ ਤੇ ਵੀ ਜਾਏਗਾ, 2 ਤੇ ਵੀ, 3 ਤੇ ਵੀ। ਔਰ ਸਾਨੂੰ ਪਤਾ ਹੈ ਕਿ ਲਾਸਟ ਵੀਡੀਓ 'ਚ ਆਪਾਂ ਕੀਤਾ ਸੀ ਕਿ 1 ਅਤੇ ਸੰਖਿਆ ਖੁਦ ਇਹ ਦੋਨੋਂ ਤਾਂ ਗੁਣਨਖੰਡ ਹਮੇਸ਼ਾ ਹੁੰਦੇ ਹੀ ਹੁੰਦੇ ਆ, ਇਹਨਾਂ ਤੋਂ ਇਲਾਵਾ ਵੀ ਹੋ ਸਕਦੇ ਨੇ। ਠੀਕ ਹੈ, ਜਿਵੇਂ 4 ਹੈ ਤਾਂ 4 ਨੂੰ ਅਸੀਂ 1 ਗੁਣਾ 4 ਵੀ ਲਿਖ ਸਕਦੇ ਹਾਂ, 4 ਨੂੰ ਅਸੀਂ 2 ਗੁਣਾ 2 ਵੀ ਲਿਖ ਸਕਦੇ ਹਾਂ, 4 ਨੂੰ ਅਸੀਂ 4 ਗੁਣਾ 1 ਵੀ ਲਿਖ ਸਕਦੇ ਹਾਂ। ਠੀਕ ਹੈ, तो संख्या 1 ਜਿਹੜਾ ਉਹ ਵੀ 4 ਦਾ ਗੁਣਨਖੰਡ ਹੈ, ਸੰਖਿਆ 2 ਵੀ 4 ਦਾ ਗੁਣਨਖੰਡ ਹੈ, ਸੰਖਿਆ 4 ਵੀ 4 ਦਾ ਗੁਣਨਖੰਡ ਹੈ। ਸੋ 4 ਦੇ ਜਿਹੜੇ ਗੁਣਨਖੰਡਾਂ ਦੀ ਗਿਣਤੀ ਉਹ ਸਾਡੇ ਕੋਲ 3 ਹੈ। ਇਸੇ ਢੰਗ ਦੇ ਨਾਲ 5 ਦੇ ਗੁਣਨਖੰਡ ਤੁਸੀਂ ਦੇਖ ਸਕਦੇ ਹੋ, 1 ਤੇ 5 6 ਦੇ ਗੁਣਨਖੰਡ 1 2 3 6। ਠੀਕ ਹੈ, ਇਹਨਾਂ ਦੀ ਗਿਣਤੀ 4 ਹੈ। 7 ਦੇ ਗੁਣਨਖੰਡ 8 ਦੇ, 9 ਦੇ, 10 ਦੇ, 11 ਦੇ ਤੇ 12 ਦੇ। तो ਪਹਿਲੀਆਂ 12 ਸੰਖਿਆਵਾਂ ਦੇ ਗੁਣਨਖੰਡ ਤੇ ਗੁਣਨਖੰਡਾਂ ਦੀ ਸੰਖਿਆ ਜਿਹੜੀ ਸਾਹਮਣੇ ਲਿਖੀ ਹੋਈ ਹੈ। तो ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਸੰਖਿਆਵਾਂ ਐਸੀਆਂ ਨੇ ਜਿਨ੍ਹਾਂ ਦੇ ਜਿਹੜੇ ਗੁਣਨਖੰਡਾਂ ਦੀ ਗਿਣਤੀ ਹੈ ਉਹ ਸਾਡੇ ਕੋਲ 2 ਹੈ। ਠੀਕ ਹੈ, ਜਿਵੇਂ ਕਿ ਸਭ ਤੋਂ ਪਹਿਲਾਂ 2 ਦੇ ਗੁਣਨਖੰਡਾਂ ਦੀ ਗਿਣਤੀ 2 ਹੈ, ਫਿਰ 3 ਦੇ ਗੁਣਨਖੰਡਾਂ ਦੀ ਗਿਣਤੀ ਆਪਾਂ ਦੇਖ ਸਕਦੇ 2 ਹੈ, 5 ਦੇ ਗੁਣਨਖੰਡਾਂ ਦੀ ਗਿਣਤੀ ਜਿਹੜੀ ਉਹ ਸਾਡੇ ਕੋਲ 2 ਹੈ, 7 ਦੇ ਗੁਣਨਖੰਡਾਂ ਦੀ ਗਿਣਤੀ ਵੀ ਸਾਡੇ ਕੋਲ 2 ਹੈ। ਇਸ ਤੋਂ ਬਾਅਦ 11 ਦੇ ਗੁਣਨਖੰਡਾਂ ਦੀ ਗਿਣਤੀ ਵੀ ਸਾਡੇ ਕੋਲ 2 ਹੈ। ਠੀਕ ਹੈ, ਇਸ ਤੋਂ ਇਲਾਵਾ ਬਾਕੀ ਜਿਹੜੀਆਂ ਸੰਖਿਆਵਾਂ ਨੇ ਕਿਸੇ ਦੀ ਗਿਣਤੀ ਜਿਹੜੀ ਗੁਣਨਖੰਡਾਂ ਦੀ, ਕਿਸੇ ਦੇ ਗੁਣਨਖੰਡਾਂ ਦੀ ਗਿਣਤੀ 3 ਹੈ ਸਾਡੇ ਕੋਲ, ਗੁਣਨਖੰਡ ਭਾਵ ਫੈਕਟਰਸ। ਠੀਕ ਹੈ, ਕਿਸੇ ਦੇ ਫੈਕਟਰਸ 4 ਨੇ, ਕਿਸੇ ਦੇ ਫੈਕਟਰਸ 6 ਵੀ ਹੈਗੇ ਨੇ, ਔਰ ਇੱਕ ਇਕਲੌਤੀ ਇਹੋ ਜਿਹੀ ਸੰਖਿਆ ਹੈ ਜਿਹਦੇ ਵਿੱਚ ਸਾਡੇ ਕੋਲ ਜਿਹੜੇ ਫੈਕਟਰਸ ਦੀ ਜਿਹੜੀ ਕਾਊਂਟਿੰਗ ਹੈ, ਨੰਬਰ ਆਫ ਫੈਕਟਰਸ ਹੈ, ਜੋ ਗੁਣਨਖੰਡਾਂ ਦੀ ਗਿਣਤੀ ਉਹ ਸਾਡੇ ਕੋਲ ਸਿਰਫ 1 ਹੁੰਦੀ ਹੈ। ਠੀਕ ਹੈ, तो ਇਹਦੇ ਵਿੱਚ ਜਿਹੜੀਆਂ ਸੰਖਿਆਵਾਂ ਦੇ ਸਿਰਫ 2 ਫੈਕਟਰ ਨੇ, 2 ਗੁਣਨਖੰਡ ਨੇ, ਇਹ 2 ਵੀ ਤੁਸੀਂ ਜੇ ਦੇਖੋ ਉਹ ਜਾਂ ਤਾਂ ਸੰਖਿਆ 1 ਹੈ ਔਰ ਜਾਂ ਫਿਰ ਸੰਖਿਆ ਖੁਦ ਹੈ। ਠੀਕ ਹੈ ਨਾ, 2 ਦੇ ਗੁਣਨਖੰਡ 1 ਤੇ 2, 3 ਦੇ ਗੁਣਨਖੰਡ 1 ਤੇ 3, 5 ਦੇ ਗੁਣਨਖੰਡ 1 ਤੇ 5, 7 ਦੇ ਗੁਣਨਖੰਡ 1 ਤੇ 7, 11 ਦੇ ਗੁਣਨਖੰਡ 1 ਤੇ 11। ਇਸੇ ਢੰਗ ਦੀਆਂ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਸੰਖਿਆਵਾਂ ਨੇ ਜਿਨ੍ਹਾਂ ਦੇ ਗੁਣਨਖੰਡ ਸਿਰਫ 2 ਹੁੰਦੇ ਨੇ, ਜਾਂ ਤਾਂ ਸੰਖਿਆ 1 ਹੁੰਦੀ ਹੈ ਤੇ ਦੂਸਰਾ ਸਾਡੇ ਕੋਲ ਉਹ ਸੰਖਿਆ ਖੁਦ ਜਿਹਦੀ ਅਸੀਂ ਗੁਣਨਖੰਡ ਦੇਖ ਰਹੇ ਹਾਂ। ਠੀਕ ਹੈ, ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਸੰਖਿਆਵਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਸੰਖਿਆਵਾਂ ਦੇ 2 ਗੁਣਨਖੰਡ ਨੇ ਇਹਨਾਂ ਨੂੰ ਅਸੀਂ ਅਭਾਜ ਸੰਖਿਆਵਾਂ ਬੋਲਦੇ ਹਾਂ। ਅਭਾਜ ਸੰਖਿਆਵਾਂ ਜਾਂ ਪ੍ਰਾਈਮ ਨੰਬਰਸ ਇਹਨਾਂ ਨੂੰ ਅਸੀਂ ਕਹਿੰਦੇ ਹਾਂ। ਪ੍ਰਾਈਮ ਨੰਬਰਸ। ਇਸ ਤੋਂ ਇਲਾਵਾ ਜਿਹੜੀਆਂ ਸੰਖਿਆਵਾਂ ਦੇ 3 ਜਾਂ 3 ਤੋਂ ਜ਼ਿਆਦਾ ਗੁਣਨਖੰਡ ਹੈਗੇ ਆ ਉਹਨਾਂ ਨੂੰ ਅਸੀਂ ਭਾਜ ਸੰਖਿਆਵਾਂ ਬੋਲਦੇ ਹਾਂ। ਕਿਹੜੀਆਂ ਸੰਖਿਆਵਾਂ? ਭਾਜ ਸੰਖਿਆਵਾਂ। ਇਹਨਾਂ ਨੂੰ ਅਸੀਂ ਕੰਪੋਜ਼ਿਟ ਨੰਬਰਸ ਵੀ ਬੋਲਦੇ ਹਾਂ। ਕੰਪੋਜ਼ਿਟ ਨੰਬਰਸ। ਠੀਕ ਹੈ, तो ਇਸ ਢੰਗ ਦੇ ਨਾਲ ਹੁਣ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਦੇਖੀ ਹੈ ਕਿ ਭਾਜ ਸੰਖਿਆਵਾਂ ਸਾਡੇ ਕੋਲ ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਿਰਫ 2 ਗੁਣਨਖੰਡ ਹੁੰਦੇ ਨੇ, ਔਰ ਜੇ 3 ਜਾਂ 3 ਤੋਂ ਜ਼ਿਆਦਾ ਗੁਣਨਖੰਡ ਹੋਣ ਉਹਨਾਂ ਸੰਖਿਆਵਾਂ ਨੂੰ ਅਸੀਂ ਭਾਜ ਸੰਖਿਆਵਾਂ ਦੇ ਵਿੱਚ ਗਿਣਦੇ ਹਾਂ। ਠੀਕ ਹੈ, ਔਰ ਇਹਨੂੰ ਅਸੀਂ ਇਦਾਂ ਵੀ ਕਹਿੰਦੇ ਹਾਂ ਕਿ ਅਭਾਜ ਸੰਖਿਆਵਾਂ ਸਿਰਫ ਆਪਣੇ ਪਹਾੜੇ ਦੇ ਉੱਤੇ ਹੀ ਜਾਂਦੀਆਂ ਨੇ, ਭਾਵ 2 ਹੈ ਤਾਂ 2 ਸਿਰਫ 2 ਦੇ ਪਹਾੜੇ ਵਿੱਚ ਆਏਗਾ, 3 ਜਿਹੜਾ ਹੈ ਇਹ 3 ਦੇ ਪਹਾੜੇ 'ਚ ਆਏਗਾ,
ਜਾਂ ਫਿਰ 1 ਦੇ ਪਹਾੜੇ ਵਿੱਚ ਇਹ ਸਾਰੀਆਂ ਸੰਖਿਆਵਾਂ ਆਉਂਦੀਆਂ ਨੇ। 5 5 ਦੇ ਪਹਾੜੇ ਵਿੱਚ ਜਾਂਦਾ ਹੈ, 7 ਜਿਹੜਾ 7 ਦੇ ਪਹਾੜੇ 'ਚ ਜਾਂਦਾ ਹੈ, ਜਿਹੜਾ 11 ਹੈ ਉਹ 11 ਦੇ ਪਹਾੜੇ ਵਿੱਚ ਹੀ ਆਉਂਦਾ ਹੈ। ਠੀਕ ਹੈ, तो ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਅਸੀਂ। ਸੋ ਅਪਾਹਜ ਤੇ ਭਾਜ ਸੰਖਿਆਵਾਂ ਬਾਰੇ ਅਸੀਂ ਪੜਿਆ। ਅਪਾਹਜ ਸੰਖਿਆਵਾਂ ਸਾਡੇ ਕੋਲ ਉਹ ਸੰਖਿਆਵਾਂ ਜਿਨ੍ਹਾਂ ਦੇ ਗੁਣਨਖੰਡ 1 ਅਤੇ ਆਪ ਉਹੀ ਸੰਖਿਆ ਹੀ ਹੁੰਦੇ ਹਨ, ਅਪਾਹਜ ਸੰਖਿਆਵਾਂ ਕਹਾਉਂਦੀਆਂ ਹਨ। ਠੀਕ ਹੈ, ਤੋਂ ਪਿੱਛੇ ਅਸੀਂ ਦੇਖ ਕੇ ਆਏ ਹਾਂ ਇਹੋ ਜਿਹੀਆਂ ਸੰਖਿਆਵਾਂ ਕਿਹੜੀਆਂ ਕਿਹੜੀਆਂ ਨੇ। 2 ਹੈ ਸਾਡੇ ਕੋਲ, 2 3 5 7 11। ਠੀਕ ਹੈ, ਜਿਨ੍ਹਾਂ ਦੇ ਬਾਰੇ ਅਸੀਂ ਇਸ ਟੇਬਲ ਦੇ ਵਿੱਚ, ਇਸ ਸਾਰਣੀ ਦੇ ਵਿੱਚ ਜਾਣ ਕੇ ਆਏ ਹਾਂ। ਠੀਕ ਹੈ, ਇਹਨਾਂ ਦੇ ਸਿਰਫ 2 ਗੁਣਨਖੰਡ ਹੁੰਦੇ ਨੇ। ਇਸ ਤੋਂ ਇਲਾਵਾ ਉਹ ਸੰਖਿਆਵਾਂ ਜਿਨ੍ਹਾਂ ਦੇ 2 ਤੋਂ ਜ਼ਿਆਦਾ ਗੁਣਨਖੰਡ ਹੁੰਦੇ ਨੇ, ਆਪਾਂ ਇਹ ਕਹਿ ਸਕਦੇ ਹਾਂ 3 ਜਾਂ 3 ਤੋਂ ਜ਼ਿਆਦਾ। ਠੀਕ ਹੈ, 2 ਤੋਂ ਜ਼ਿਆਦਾ ਗੁਣਨਖੰਡ ਹੁੰਦੇ ਹਨ, ਭਾਜ ਸੰਖਿਆਵਾਂ ਕਹਾਉਂਦੀਆਂ ਹਨ। ਤਾਂ ਭਾਜ ਸੰਖਿਆਵਾਂ ਦੀ ਉਦਾਹਰਣ ਅਸੀਂ ਕੀ ਦੇਖ ਸਕਦੇ ਹਾਂ? 4, ਸੰਖਿਆ 4, ਸੰਖਿਆ 6, ਸੰਖਿਆ 8, ਸੰਖਿਆ 9, ਸੰਖਿਆ 12। ਇਹ ਵੀ ਅਸੀਂ ਪਿੱਛੇ ਸਾਰਣੀ ਦੇ ਵਿੱਚ ਦੇਖ ਆਏ ਹਾਂ। ਠੀਕ ਹੈ, ਧਿਆਨ ਰੱਖੋ, ਇੱਕ ਨਾ ਤਾਂ ਅਭਾਜ ਸੰਖਿਆ ਹੈ ਤੇ ਨਾ ਹੀ ਭਾਜ ਸੰਖਿਆ। ਹੁਣ ਇੱਕ ਜਿਹੜੀ ਹੈ ਉਹ ਸੰਖਿਆ ਨਾ ਤਾਂ ਭਾਜ ਹੈ ਨਾ ਅਭਾਜ ਹੈ। ਕਿਉਂ? ਕਿਉਂਕਿ ਇੱਕ ਦੇ ਵਿੱਚ ਆਪਾਂ ਦੇਖਿਆ ਕਿ ਇੱਕ ਦੇ ਜਿਹੜੇ ਗੁਣਨਖੰਡਾਂ ਦੀ ਗਿਣਤੀ ਹੈ ਉਹ ਸਿਰਫ 1 ਹੈ। ਸੋ ਅਭਾਜ ਸੰਖਿਆ ਹੋਣ ਦੇ ਲਈ ਗੁਣਨਖੰਡ 2 ਚਾਹੀਦੇ ਨੇ ਤੇ ਭਾਜ ਸੰਖਿਆ ਹੋਣ ਦੇ ਲਈ ਗੁਣਨਖੰਡਾਂ ਦੀ ਗਿਣਤੀ 2 ਤੋਂ ਜ਼ਿਆਦਾ, ਭਾਵ 3 ਜਾਂ 3 ਤੋਂ ਜ਼ਿਆਦਾ ਚਾਹੀਦੀ ਹੈ। ਸੋ 1 ਦਾ ਗੁਣਨਖੰਡ 1 ਹੈ, ਇਸ ਲਈ ਨਾ ਤਾਂ ਅਭਾਜ ਸੰਖਿਆਵਾਂ ਦੇ ਵਿੱਚ ਹੈ ਤੇ ਨਾ ਹੀ ਭਾਜ ਸੰਖਿਆਵਾਂ ਦੇ ਵਿੱਚ, ਨਾ ਪ੍ਰਾਈਮ ਨੰਬਰਸ ਦੇ ਵਿੱਚ ਤੇ ਨਾ ਹੀ ਕੰਪੋਜ਼ਿਟ ਨੰਬਰਸ ਦੇ ਵਿੱਚ। ਠੀਕ ਹੈ, ਤੋ ਇਸ ਤੋਂ ਬਾਅਦ ਜੇਕਰ ਅਸੀਂ ਬਾਕੀ ਅਭਾਜ ਸੰਖਿਆਵਾਂ ਬਾਰੇ ਵੀ ਜਾਣਨਾ ਹੋਵੇ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਉਹ ਅਸੀਂ ਦੇਖਦੇ ਹਾਂ। ਤੋ 1 ਤੋਂ 100 ਤੱਕ ਅਸੀਂ ਕਿਵੇਂ ਬਾਕੀ ਸਾਰੀਆਂ ਅਭਾਜ ਸੰਖਿਆਵਾਂ ਨੂੰ ਜਾਣ ਸਕਦੇ ਹਾਂ ਕਿ ਕਿਹੜੀਆਂ-ਕਿਹੜੀਆਂ ਸੰਖਿਆਵਾਂ ਸਾਡੇ ਕੋਲ ਅਭਾਜ ਨੇ, ਕਿਹੜੀਆਂ-ਕਿਹੜੀਆਂ ਸੰਖਿਆਵਾਂ ਸਾਡੇ ਕੋਲ ਭਾਜ ਨੇ, ਕਿਹੜੀਆਂ ਪ੍ਰਾਈਮ ਨੰਬਰਸ ਨੇ, ਕਿਹੜੇ ਕੰਪੋਜ਼ਿਟ ਨੰਬਰਸ ਨੇ। ਇਹਦੇ ਲਈ ਸਾਡੇ ਕੋਲ ਇੱਕ ਟੈਕਨੀਕ ਹੈ, ਉਹ ਟੈਕਨੀਕ ਅਸੀਂ ਯੂਜ਼ ਕਰਾਂਗੇ। ਆਓ ਦੇਖਦੇ ਹਾਂ ਕਿਵੇਂ ਅਸੀਂ ਇਹਨੂੰ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕਿ ਸੰਖਿਆ 1 ਜਿਹੜੀ ਹੈ ਇਹਦੇ ਤੇ ਅਸੀਂ ਲਗਾਵਾਂਗੇ ਕ੍ਰੋਸ। ਕ੍ਰੋਸ ਕਿਉਂ ਲਗਾਉਣਾ ਹੈ? ਕਿਉਂਕਿ ਇਹ ਸੰਖਿਆ ਸਾਡੇ ਕੋਲ ਨਾ ਤਾਂ ਪ੍ਰਾਈਮ ਨੰਬਰ ਹੈ ਔਰ ਨਾ ਹੀ ਕੰਪੋਜ਼ਿਟ ਨੰਬਰ ਹੈ। ਠੀਕ ਹੈ, ਇਸ ਤੋਂ ਬਾਅਦ ਪਹਿਲੀ ਜਿਹੜੀ ਸੰਖਿਆ ਸਾਡੇ ਕੋਲ ਅਭਾਜ ਸੰਖਿਆ ਹੈ ਉਹ ਹੈ ਸਾਡੇ ਕੋਲ 2 ਦੇ ਉੱਤੇ ਅਸੀਂ ਲਗਾਵਾਂਗੇ ਰਾਉਂਡ। ਠੀਕ ਹੈ, ਤੋਂ ਹੁਣ ਅਸੀਂ 2 ਦਾ ਟੇਬਲ ਜਿਹੜਾ ਪੜਾਂਗੇ, ਤੋਂ ਜਿਹੜੀ ਵੀ ਸੰਖਿਆ ਸਾਡੇ ਕੋਲ 2 ਦੇ ਪਹਾੜੇ 'ਚ ਆਉਂਦੀ ਜਾਏਗੀ ਉਹਨਾਂ ਦੇ ਉੱਤੇ ਅਸੀਂ ਕ੍ਰੋਸ ਜਿਹੜਾ ਉਹ ਲਗਾਉਂਦੇ ਜਾਣਾ ਹੈ। ਠੀਕ ਹੈ, ਤੋਂ 2 ਤੋਂ ਬਾਅਦ ਅਸੀਂ 2 ਦੇ ਪਹਾੜੇ ਦੇ ਵਿੱਚ ਪਹਿਲੀ ਸੰਖਿਆ ਸਾਡੇ ਕੋਲ ਜਿਹੜੀ 4 ਆਏਗੀ, 2 ਦੂਣੀ 4, ਉਸ ਤੋਂ ਬਾਅਦ 3 ਦੂਣੀ 6, 4 ਦੂਣੀ 8, 5 ਦੂਣੀ 10। ਤੋਂ ਇਸ ਢੰਗ ਦੇ ਨਾਲ ਜਿਹੜੀ ਵੀ ਸੰਖਿਆ 2 ਦੇ ਪਹਾੜੇ 'ਚ ਆਏਗੀ, ਜਿਹੜੀ ਵੀ ਸੰਖਿਆ 2 ਦੇ ਨਾਲ ਭਾਜਯੋਗ ਹੈ ਉਹ ਸੰਖਿਆ ਅਸੀਂ ਇਸ ਤਰ੍ਹਾਂ ਕ੍ਰੋਸ ਕਰਦੇ ਜਾਣਾ ਹੈ। ਠੀਕ ਹੈ, ਤੋਂ 2 ਦੇ ਪਹਾੜੇ ਵਿੱਚ ਸਾਰੀਆਂ ਹੀ ਸਾਡੇ ਕੋਲ ਜਿਸਤ ਸੰਖਿਆਵਾਂ ਆਉਂਦੀਆਂ ਨੇ, ਸਾਰੀਆਂ ਹੀ ਜਿਸਤ ਸੰਖਿਆਵਾਂ। ਸੋ ਸਿਰਫ ਜਿਹੜੇ ਸਾਡੇ ਕੋਲ ਟਾਂਗ ਸੰਖਿਆਵਾਂ ਨੇ ਉਹ ਬਚ ਜਾਣਗੀਆਂ, ਬਾਕੀ ਸਾਰੀਆਂ ਜਿਹੜੀਆਂ ਸੰਖਿਆਵਾਂ ਉਹਨਾਂ ਦੇ ਉੱਤੇ ਅਸੀਂ ਕ੍ਰੋਸ ਲਗਾ ਦੇਵਾਂਗੇ। ਠੀਕ ਹੈ, ਤੋਂ 12 ਵੀ 2 ਦੇ ਪਹਾੜੇ ਵਿੱਚ ਆਏਗਾ, ਇਸ ਤੋਂ ਬਾਅਦ 14 ਵੀ ਆਏਗਾ। ਠੀਕ ਹੈ, ਤੋਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸਾਡੇ ਕੋਲ ਜਿਸ ਸੰਖਿਆਵਾਂ ਸੀ ਉਹ ਸਾਰੀਆਂ ਹੀ 2 ਦੇ ਪਹਾੜੇ ਦੇ ਵਿੱਚ ਆ ਜਾਣੀਆਂ ਸੀ, ਤੋਂ ਸਾਰੀਆਂ ਹੀ ਉਹਦੇ ਉੱਤੇ ਅਸੀਂ ਕ੍ਰੋਸ ਜਿਹੜਾ ਉਹ ਲਗਾ ਦਿੱਤਾ। ਠੀਕ ਹੈ, ਤੋਂ 2 ਤੋਂ ਬਾਅਦ ਜਿਹੜੀ ਪਹਿਲੀ ਸੰਖਿਆ ਸਾਡੇ ਕੋਲ ਹੈ ਉਹ ਹੈ 3। ਤੋਂ 3 ਦੇ ਉੱਤੇ ਅਸੀਂ ਸਰਕਲ ਲਗਾਵਾਂਗੇ। ਹੁਣ ਅਸੀਂ 3 ਦਾ ਜਿਹੜਾ ਟੇਬਲ ਹੈ ਉਹ ਪੜ੍ਹਨਾ ਹੈ, 3 ਦਾ ਜਿਹੜਾ ਪਹਾੜਾ ਹੈ ਉਹ ਪੜਾਂਗੇ। ਤਾਂ ਜਿਹੜੀ ਸੰਖਿਆ 3 ਦੇ ਪਹਾੜੇ ਵਿੱਚ ਆਈ ਜਾਏਗੀ ਉਹ ਅਸੀਂ ਕ੍ਰੋਸ ਕਰਾਂਗੇ। ਜੇ ਤੋਂ ਪਹਿਲਾਂ ਹੀ ਕ੍ਰੋਸ ਉਹਦੇ ਤੇ ਲੱਗਿਆ ਹੋਇਆ ਫਿਰ ਕੋਈ ਦਿੱਕਤ ਨਹੀਂ ਹੈ, ਪਰ ਅਗਰ ਕ੍ਰੋਸ ਨਹੀਂ ਹੈ ਤਾਂ ਫਿਰ ਅਸੀਂ ਕ੍ਰੋਸ ਲਗਾਵਾਂਗੇ। ਠੀਕ ਹੈ, 3 × 3 3 ਦੂਣੀ 6, 6 ਪਹਿਲਾਂ ਹੀ ਕ੍ਰੋਸ ਹੈ ਤਾਂ ਕੋਈ ਨਹੀਂ, 6 ਦੇ ਉੱਤੇ ਪਹਿਲਾਂ ਹੀ ਕ੍ਰੋਸ ਲੱਗਾ ਹੋਇਆ ਤਾਂ ਕੋਈ ਗੱਲ ਨਹੀਂ। ਇਸ ਤੋਂ ਅਗਲੀ ਜਿਹੜੀ ਸੰਖਿਆ ਉਹ ਸਾਡੇ ਕੋਲ 9 ਆਏਗੀ, 3 ਤੀਆ 9 ਦੇ ਉੱਤੇ ਕ੍ਰੋਸ ਲਗਾਵਾਂਗੇ ਅਸੀਂ। ਫਿਰ 4 ਤੀਆ 12, 12 ਤੇ ਪਹਿਲਾਂ ਹੀ ਕ੍ਰੋਸ ਹੈ, ਫਿਰ ਇਸ ਤੋਂ ਬਾਅਦ 15। ਠੀਕ ਹੈ, ਕਿਉਂਕਿ 5 ਤੀਆ 15 ਹੁੰਦੇ ਨੇ। ਫਿਰ 6 ਤੀਆ 18 ਤੇ ਕ੍ਰੋਸ ਹੈ, 7 ਤੇ 21 ਤੇ ਕ੍ਰੋਸ ਅਸੀਂ ਲਗਾਵਾਂਗੇ। ਠੀਕ ਹੈ, ਇਸ ਤੋਂ ਬਾਅਦ 21 ਤੋਂ ਬਾਅਦ 24 ਆਏਗਾ 3 ਦੇ ਪਹਾੜੇ ਦੇ ਵਿੱਚ, 24 ਤੋਂ ਬਾਅਦ 27 ਆਏਗਾ, 27 ਨੂੰ ਕ੍ਰੋਸ ਕਰਾਂਗੇ ਅਸੀਂ। ਇਸ ਤੋਂ ਬਾਅਦ 30 ਪਹਿਲਾਂ ਹੀ ਕ੍ਰੋਸਡ ਹੈ, ਫਿਰ ਇਸ ਤੋਂ ਬਾਅਦ 33 ਸਾਡੇ ਕੋਲ ਆਏਗਾ, ਇਸ ਤੋਂ ਬਾਅਦ 36, ਫਿਰ 39 ਆਏਗਾ, ਫਿਰ 39 ਤੋਂ ਬਾਅਦ 3 ਅਸੀਂ ਐਡ ਕਰਦੇ ਜਾਣਾ, तो 42 ਤੇ ਕ੍ਰੋਸ ਹੈ, ਫਿਰ 45 ਆਏਗਾ, 45 ਤੋਂ ਬਾਅਦ 48 ਤੇ ਕ੍ਰੋਸ ਹੈ, ਫਿਰ 51 ਆਏਗਾ 3 ਦੇ ਪਹਾੜੇ ਦੇ ਵਿੱਚ, 51 ਤੋਂ ਬਾਅਦ 54 ਤੇ ਕ੍ਰੋਸ ਹੈ, ਫਿਰ ਸਾਡੇ ਕੋਲ 57 ਆਏਗਾ 3 ਦੇ ਪਹਾੜੇ 'ਚ, 57 ਤੋਂ ਬਾਅਦ 60 ਤੇ ਕ੍ਰੋਸ ਹੈ, ਫਿਰ 63 ਆਏਗਾ, 63 ਤੋਂ ਬਾਅਦ 66 ਤੇ ਕ੍ਰੋਸ ਹੈ, 69 ਆਏਗਾ, 69 ਤੋਂ ਬਾਅਦ 72 ਤੇ ਕ੍ਰੋਸ ਹੈ, ਫਿਰ 75 ਆਏਗਾ,
75 ਤੋਂ ਬਾਅਦ 78 ਤੇ ਕ੍ਰਾਸ ਹੈ, 78 ਤੋਂ ਬਾਅਦ 81 ਦੇ ਉੱਤੇ ਕ੍ਰਾਸ ਆਏਗਾ। ਫਿਰ ਸਾਡੇ ਕੋਲ 3 ਦੇ ਪਹਾੜੇ ਦੇ ਵਿੱਚ ਆਏਗੀ ਸੰਖਿਆ 84, 84 ਤੋਂ ਬਾਅਦ 87, 87 ਤੋਂ ਬਾਅਦ 90, 90 ਤੋਂ ਬਾਅਦ 93, 93 ਤੋਂ ਬਾਅਦ 96, 96 ਤੋਂ ਬਾਅਦ 99। तो ਹੁਣ ਅਸੀਂ ਉਹ ਸਾਰੀਆਂ ਸੰਖਿਆਵਾਂ ਜਿਹੜੀਆਂ 3 ਦੇ ਪਹਾੜੇ ਵਿੱਚ ਆਉਂਦੀਆਂ ਸੀ, ਉਹ ਸਾਰੀਆਂ ਸੰਖਿਆਵਾਂ ਅਸੀਂ ਕ੍ਰਾਸ ਕਰ ਲਈਆਂ। ਠੀਕ ਹੈ, ਇਸ ਤੋਂ ਬਾਅਦ ਹੁਣ ਵਾਰੀ ਆਏਗੀ ਅਗਲੀ ਸੰਖਿਆ ਦੀ। ਅਗਲੀ ਸੰਖਿਆ ਹੈ ਸਾਡੇ ਕੋਲ 5। तो 5 ਦੇ ਉੱਤੇ ਅਸੀਂ ਸਰਕਲ ਲਗਾਵਾਂਗੇ। तो ਜਿਹੜੀ ਵੀ ਸੰਖਿਆ 5 ਦੇ ਪਹਾੜੇ ਵਿੱਚ ਆਉਂਦੀ ਹੈ, ਉਹ ਸੰਖਿਆ ਨੂੰ ਅਸੀਂ ਹੁਣ ਕ੍ਰਾਸ ਕਰਦੇ ਜਾਣਾ ਹੈ, ਉਹਨੂੰ ਕੱਟਦੇ ਜਾਣਾ ਹੈ। ਠੀਕ ਹੈ, 1 ਪੰਜਾ 50, 5 ਦੂਣੀ 10, 5 ਤੀਆ 15, 5 ਚੌਕਾ 20। तो ਇਹ ਤਾਂ ਸੰਖਿਆਵਾਂ ਪਹਿਲਾਂ ਹੀ 5 ਦੇ ਪਹਾੜੇ 'ਚ ਜਿਹੜੀਆਂ ਆਉਂਦੀਆਂ ਨੇ ਕ੍ਰਾਸ ਕੀਤੇ ਹੋਇਆ ਉਹਨਾਂ ਨੂੰ। तो ਇਸ ਤੋਂ ਬਾਅਦ ਸੰਖਿਆ ਸਾਡੇ ਕੋਲ ਆਏਗੀ 5 5 25, ਇਹਨੂੰ ਅਸੀਂ ਕ੍ਰਾਸ ਕਰ ਦਿਆਂਗੇ। 25 ਤੋਂ ਬਾਅਦ 30, 30 ਤੋਂ ਬਾਅਦ 35, 35 ਤੋਂ ਬਾਅਦ 40, 40 ਤੋਂ ਬਾਅਦ 45 ਤੋਂ ਬਾਅਦ 50, 50 ਤੋਂ ਬਾਅਦ 55, 55 ਤੋਂ ਬਾਅਦ 60, 60 ਤੋਂ ਬਾਅਦ 65, 65 ਤੋਂ ਬਾਅਦ 70, 70 ਤੋਂ ਬਾਅਦ 75, 75 ਤੋਂ ਬਾਅਦ 80, 80 ਤੋਂ ਬਾਅਦ 85, 85 ਤੋਂ ਬਾਅਦ 90, 90 ਤੋਂ ਬਾਅਦ 95, 95 ਤੋਂ ਬਾਅਦ 100। ਠੀਕ ਹੈ, तो ਹੁਣ ਅਸੀਂ ਜਿਹੜੀਆਂ ਸੰਖਿਆਵਾਂ 5 ਦੇ ਪਹਾੜੇ ਵਿੱਚ ਆਉਂਦੀਆਂ ਸੀ, ਉਹ ਵੀ ਸਾਰੀਆਂ ਕ੍ਰਾਸ ਕਰ ਲਈਆਂ। ਇਸ ਤੋਂ ਬਾਅਦ ਹੁਣ ਸੰਖਿਆ ਸਾਡੇ ਕੋਲ ਬਚੀ ਹੈਗੀ 7। तो 7 ਦੇ ਉੱਤੇ ਅਸੀਂ ਸਰਕਲ ਲਗਾਵਾਂਗੇ। ਹੁਣ ਅਸੀਂ 7 ਦਾ ਪਹਾੜਾ ਪੜਾਂਗੇ ਤੇ ਜਿਹੜੀ ਸੰਖਿਆ 7 ਦੇ ਪਹਾੜੇ ਵਿੱਚ ਆਉਂਦੀ ਜਾਏਗੀ, ਉਹਨੂੰ ਅਸੀਂ ਕ੍ਰਾਸ ਕਰਦੇ ਜਾਵਾਂਗੇ, ਜੇਕਰ ਉਹਨੂੰ ਪਹਿਲਾਂ ਕ੍ਰਾਸ ਨਹੀਂ ਕੀਤਾ ਹੋਇਆ। ਠੀਕ ਹੈ, तो 7 एकम 7, 7 दूनी 14, 7 ते 21, 7 चौका 28, 7 पंजा 35, 7 छीक 42, 7 7 49, 49 क्रॉस नहीं है, ये लगा होया क्रॉस लगा देंगे। ठीक है, 49, 7 7 49, 8 7 56, 9 7 63, 10 7 70, 70 तो बाद 7 11 साढ़े को 77 आएगा, 77 ਨੂੰ ਵੀ ਅਸੀਂ क्रॉस कर देंगे। 77 ਤੋਂ ਬਾਅਦ ਸਾਡੇ ਕੋਲ 12 7 84 ਹੁੰਦਾ, 84 ਪਹਿਲੇ ਕ੍ਰਾਸ ਲੱਗਿਆ ਹੋਇਆ। 13 7 91, 91 ਤੇ ਵੀ ਕ੍ਰਾਸ ਲਗਾ ਦੇਵਾਂਗੇ ਅਸੀਂ। ਠੀਕ ਹੈ, ਉਸ ਤੋਂ ਬਾਅਦ 14 7 98, 98 ਤੇ ਪਹਿਲਾਂ ਹੀ ਕ੍ਰਾਸ ਹੈ। तो 7 ਤੋਂ ਬਾਅਦ ਜਿਹੜੀ ਅਗਲੀ ਸੰਖਿਆ ਹੁਣ ਸਾਡੇ ਕੋਲ ਅਗਰ ਅਸੀਂ ਦੇਖੀਏ ਤਾਂ ਉਹ ਹੈ ਸਾਡੇ ਕੋਲ 11। तो ਹੁਣ ਅਸੀਂ 11 ਦਾ ਪਹਾੜਾ ਜਿਹੜਾ ਪੜਾਂਗੇ, 11 ਦਾ ਟੇਬਲ ਪੜਾਂਗੇ, ਇਹਦੇ ਵਿੱਚ ਜਿਹੜੀ ਜਿਹੜੀ ਸੰਖਿਆ ਸਾਡੇ ਕੋਲ ਆਉਂਦੀ ਜਾਏਗੀ, ਉਹਨੂੰ ਅਸੀਂ ਕ੍ਰਾਸ ਕਰਦੇ ਜਾਵਾਂਗੇ ਜੇ ਉਹਨੂੰ ਪਹਿਲਾਂ ਕ੍ਰਾਸ ਨਹੀਂ ਕੀਤਾ ਹੋਇਆ। ਠੀਕ ਹੈ, तो 11 एकम 11, 11 दूना 22, 11 तिया 33, 11 चौक 44, 55, 66, 77, 99। ठीक है, तो ਅਸੀਂ ਦੇਖ ਸਕਦੇ ਹਾਂ 11 ਵਾਲੀਆਂ ਸਾਰੀਆਂ ਸੰਖਿਆਵਾਂ ਕ੍ਰਾਸਡ ਨੇ, ਪਹਿਲੇ ਉਹਨਾਂ ਤੇ ਕ੍ਰਾਸ ਲੱਗਿਆ ਹੋਇਆ। ਇਸ ਤੋਂ ਬਾਅਦ ਸਾਡੇ ਕੋਲ ਸੰਖਿਆ ਆਉਂਦੀ ਹੈ 13। तो ਹੁਣ ਅਸੀਂ 13 ਦਾ ਟੇਬਲ ਦੇਖਾਂਗੇ। 13 ਦਾ ਪਹਾੜਾ 13 दूना 26, 13 30 39, 13 चौक 52, 13 50 65, 13 6 78, 13 7 91। तो 13 वाले सारे कटे हुए ने। इस तो बाद 17 की बारी आएगी। 13 तो बाद संख्या साडे कोल 17 है। 17 का पहाड़ा अगर असीं देखिए, 17 दूना 34 ते 17 30 51, 51 कटिया होया है। 17 चौके 68, 68 जिहड़ा है वो भी कटिया होया है। ठीक है, तो 17 5 85, 85 भी कटिया होया है। ठीक है, इस तो बाद जे असीं करांगे तो 100 तो अगे चले जाएगी संख्या। तो 17 तो बाद अगली जिहड़ी संख्या है वो है साडे कोल 19। 19 का पहाड़ा असीं देखते हैं। 19 एकम 19, 19 दूना 38 हुंदे ने साडे कोल। 38 पहले ही कटिया होया ते 19 30 57, 57 20 कटिया होया है। 19 चौका 76, 76 20 साडे कोल कटिया होया है पहले ते 19 5 85, 85 भी पहले कटिया होया है। तो 19 तो बाद अगली जिहड़ी संख्या साडे कोल आएगी 23। 23 का पहाड़ा असीं देखते हैं। 23 दून 46, 46 क्रॉस है, पहले क्रॉस किया होया है। तो 23 30 साडे कोल हो जाएगा 69, 69 20 जिहड़ा कटिया होया है। 23 चौका साडे कोल हो जाएगा 92, 23 चौका 92, 92 भी साडे कोल कटिया होया है। इस तो बाद अगली संख्या असीं देखते हैं 29। 29 का टेबल अगर असीं देखिए तो 29 नूं 2 नाल गुणा करांगे तो साडे कोल आ जाएगा 58, 58 पहले कटिया होया है। तो 29 नूं जेकर असीं 3 दे नाल करदे हां तो साडे कोल बनेगा 87, 87 भी पहला ही कटिया होया है। इस तो बाद बारी आंदी है 29 तो बाद 31 दी। 31 ਦਾ ਪਹਾੜਾ ਅਸੀਂ ਦੇਖਦੇ ਹਾਂ। 31 ਤੇ ਜਿਹੜੀਆਂ ਸੰਖਿਆਵਾਂ ਭਾਜਯੋਗ ਨੇ ਉਹ ਵੀ ਅਸੀਂ ਕੱਢ ਦਿਆਂਗੇ। तो 31 ਦੇ ਪਹਾੜੇ ਵੀ ਸਾਡੇ ਕੋਲ ਜਿਹੜੀਆਂ ਸੰਖਿਆਵਾਂ 31 ਆਏਗੀ। 31 ਤੋਂ ਬਾਅਦ 62 ਆਏਗਾ। 62 ਤੋਂ ਬਾਅਦ 93 ਆਏਗਾ, ਉਹ ਪਹਿਲੇ ਕ੍ਰਾਸ ਨੇ। ਠੀਕ ਹੈ, तो 31 ਤੋਂ ਬਾਅਦ ਸਾਡੇ ਕੋਲ ਆਉਂਦੀ ਹੈ 37, 37 एकम 37, 37 दूना ਸਾਡੇ ਕੋਲ ਹੁੰਦੇ ਨੇ 74, 74 ਵੀ ਪਹਿਲੇ ਕ੍ਰਾਸਡ ਹੈ। ठीक है, तो 37 ਤੋਂ ਬਾਅਦ ਸਾਡੇ ਕੋਲ ਸੰਖਿਆ ਆਏਗੀ 41, 41 ਦਾ ਟੇਬਲ। ਇਸ ਤੋਂ ਬਾਅਦ ਹੁਣ ਸਾਰੀਆਂ ਸੰਖਿਆਵਾਂ ਜਿਹੜੀਆਂ ਸਾਡੇ ਕੋਲ ਬਚੀਆਂ ਨੇ, तो ਉਹਨਾਂ ਦੇ ਟੇਬਲ 'ਚ ਕੋਈ ਵੀ ਅੱਗੇ ਸੰਖਿਆ ਨਹੀਂ ਆ ਰਹੀ। ਠੀਕ ਹੈ, तो ਆਪਾਂ ਸਾਰੀਆਂ ਦੇ ਉੱਤੇ ਸਰਕਲ ਲਗਾ ਦਾਂਗੇ।
ठीक है। तो इस तरह ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਜਿਹੜੀਆਂ ਬਚੀਆਂ ਨੇ ਸੰਖਿਆਵਾਂ 1 2 3 4 5 6 7 8 9 10 11 12 13 14 15 16 17 18 19 20 21 22 23 24 ਤੇ 25। तो 100 ਤੱਕ ਸਾਡੇ ਕੋਲ 25 ਸੰਖਿਆਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਆਈਆਂ, ਕਿਸੇ ਹੋਰ ਸੰਖਿਆ ਦੇ ਪਹਾੜੇ ਦੇ ਵਿੱਚ ਨਹੀਂ ਆਈਆਂ, ਕਿਉਂਕਿ ਜੇ ਆਈਆਂ ਹੁੰਦੀਆਂ ਤਾਂ ਇਹ ਸਾਡੇ ਕੋਲ ਇਹਨਾਂ ਨੂੰ ਅਸੀਂ ਕ੍ਰਾਸ ਕਰ ਦਿੱਤਾ ਹੁੰਦਾ। ਬਾਕੀ ਜਿਹੜੀਆਂ ਸਾਰੀਆਂ ਸੰਖਿਆਵਾਂ ਨੇ ਉਹ ਕਿਸੇ ਨਾ ਕਿਸੇ ਸੰਖਿਆ ਦੇ ਪਹਾੜੇ ਵਿੱਚ ਆਈਆਂ ਨੇ, ਇਸ ਲਈ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਅਸੀਂ ਕ੍ਰਾਸ ਲਗਾ ਲਿਆ। ਤੋ ਇਹ ਜਿਹੜੀਆਂ ਸੰਖਿਆਵਾਂ ਸਾਡੇ ਕੋਲ ਗ੍ਰੀਨ ਸਰਕਲ ਦੇ ਵਿੱਚ ਬਣੀਆਂ ਹੋਈਆਂ ਨੇ ਇਹ ਸਾਰੀਆਂ ਅਭਾਜ ਸੰਖਿਆਵਾਂ ਨੇ, ਔਰ ਇੱਕ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਸੰਖਿਆਵਾਂ ਦੇ ਉੱਤੇ ਕ੍ਰਾਸ ਲੱਗਿਆ ਹੋਇਆ ਹੈ ਉਹ ਸਾਰੀਆਂ ਦੀਆਂ ਸਾਰੀਆਂ ਸੰਖਿਆਵਾਂ ਸਾਡੇ ਕੋਲ ਭਾਜ ਸੰਖਿਆਵਾਂ ਨੇ। ਠੀਕ ਹੈ, ਇੱਕ ਨੂੰ ਮੈਂ ਹੋਰ ਕ੍ਰਾਸ ਕਰ ਦਿੰਦਾ, ਸਮਝ ਆ ਜਾਏ ਕਿ ਇੱਕ ਜਿਹੜਾ ਨਾ ਤਾਂ ਅਭਾਜ ਹੈ ਨਾ ਹੀ ਭਾਜ। ਤੋ ਇਹ ਸਾਰੀਆਂ ਸੰਖਿਆਵਾਂ ਅਸੀਂ ਇੱਕ ਵਾਰ ਲਿਖ ਲੈਂਦੇ ਹਾਂ। तो ये संख्यावां साडे कोल ने 2 3 5 7 11 13 17 19 23 29 31 37 41 43 47 53 59 61 67 71 73 79 83 99 ਤੇ 97। ठीक है, अगर तुसी थोड़ा जिहा इहनूं राइम करोगे, इहनूं पढ़ोगे, बार बार याद करोगे तो ये तुहानूं ईजीली जिहड़ियां याद हो जांदियां ने, फिर उस तो बाद भुलदियां ने। 2 3 5 7 11 13 17 19 23 29 31 37 41 43 47 53 59 61 67 71 73 79 83 99 97 97 97 97 ਜਿਹੜਾ ਸਾਡੇ ਕੋਲੋਂ ਇੱਕ ਵਾਰ ਹੈ। तो टोटल ਜਿਹੜੀਆਂ ਸਾਡੇ ਕੋਲ ਇਹ ਸੰਖਿਆਵਾਂ 25 ਸੰਖਿਆਵਾਂ ਨੇ ਇਹੋ ਜਿਹੀਆਂ ਜਿਨ੍ਹਾਂ ਨੂੰ ਅਸੀਂ ਅਭਾਜ ਸੰਖਿਆਵਾਂ ਕਹਿੰਦੇ ਆ। ਅਭਾਜ ਸੰਖਿਆਵਾਂ ਜਾਂ ਪ੍ਰਾਈਮ ਨੰਬਰਸ। ਇਸ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਸੰਖਿਆਵਾਂ ਬਚੀਆਂ ਨੇ ਸਾਡੇ ਕੋਲ ਇੱਕ ਤੋਂ ਇਲਾਵਾ 100 ਤੱਕ, ਉਹ ਸਾਰੀਆਂ ਦੀਆਂ ਸਾਰੀਆਂ ਭਾਜ ਸੰਖਿਆਵਾਂ ਨੇ। ਠੀਕ ਹੈ, तो 100 ਤੱਕ ਸਾਡੇ ਕੋਲ 25 ਅਭਾਜ ਸੰਖਿਆਵਾਂ ਨੇ। ਅਭਾਜ ਸੰਖਿਆਵਾਂ ਦੇ ਬਾਰੇ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਜਿੰਨੀਆਂ ਵੀ ਸੰਖਿਆਵਾਂ ਨੇ ਸਾਡੇ ਕੋਲ ਇੱਕੋ ਹੀ ਐਸੀ ਇਕਲੌਤੀ ਸੰਖਿਆ ਹੈ 2 ਜਿਹੜੀ ਕਿ ਜਿਸਤ ਸੰਖਿਆ ਵੀ ਹੈ। ਠੀਕ ਹੈ, ਬਾਕੀ ਸਾਰੀਆਂ ਸੰਖਿਆਵਾਂ ਸਾਡੇ ਕੋਲ ਟਾਂਕ ਸੰਖਿਆਵਾਂ ਹੀ ਅਭਾਜ ਸੰਖਿਆਵਾਂ ਨੇ। ਠੀਕ ਹੈ, दो इकलौती जिस संख्या है जो कि अपाज है। ठीक है, जो कि प्राइम नंबर है। तो सिर्फ 2 इकलौती जिस संख्या है जिहड़ी कि अपाज है, बाकी सारियां जिस संख्यावां क्योंकि 2 ਦੇ ਪਹਾੜੇ ਵਿੱਚ ਆ ਜਾਂਦੀਆਂ ਨੇ, ਇਸ ਲਈ ਉਹ ਸਾਰੀਆਂ ਸੰਖਿਆਵਾਂ ਸਾਡੇ ਕੋਲ ਭਾਜ ਹੁੰਦੀਆਂ ਨੇ, ਅਪਾਜ ਨਹੀਂ ਹੁੰਦੀਆਂ ਨੇ। ਇਸ ਤੋਂ ਇਲਾਵਾ ਜਿੰਨੀਆਂ ਵੀ ਸਾਡੇ ਕੋਲ ਅਪਾਜ ਸੰਖਿਆਵਾਂ ਨੇ ਸਾਰੀਆਂ ਦੀਆਂ ਸਾਰੀਆਂ ਸੰਖਿਆਵਾਂ ਟਾਂਕ ਸੰਖਿਆਵਾਂ ਹੁੰਦੀਆਂ ਨੇ। ਠੀਕ ਹੈ, तो ਅਪਾਜ ਸੰਖਿਆਵਾਂ ਦੇ ਸਾਡੇ ਕੋਲ ਸਿਰਫ 2 ਗੁਣਨਖੰਡ ਹੁੰਦੇ ਹੈ, ਇੱਕ ਤੇ ਇੱਕ ਸੰਖਿਆ ਖੁਦ। ਜਿਵੇਂ ਅਸੀਂ ਦੇਖਣਾ ਹੋਵੇ 47 ਦੇ ਗੁਣਨਖੰਡ ਕੀ ਹੋਣਗੇ, 1 ਤੇ 47। 83 ਦੇ ਗੁਣਨਖੰਡ ਕੀ ਹੋਣਗੇ, 1 ਤੇ 83। ਠੀਕ ਹੈ, तो ਮੈਨੂੰ ਉਮੀਦ ਹੈ ਕਿ ਅਭਾਜ ਸੰਖਿਆਵਾਂ ਨੂੰ ਕਿਵੇਂ ਆਪਾਂ ਬਣਾਉਣਾ ਹੈ, ਕਿਵੇਂ ਇਹਨਾਂ ਨੂੰ ਅਸੀਂ ਲੱਭਣਾ ਹੈ, ਉਹ ਅਸੀਂ ਤਰੀਕਾ ਜਿਹੜਾ ਵਿਧੀ ਹੈ ਉਹ ਬੜੇ ਧਿਆਨ ਦੇ ਨਾਲ ਤੁਸੀਂ ਦੇਖੀ ਹੋਏਗੀ। ਇਹਨੂੰ ਖੁਦ ਤੁਸੀਂ ਸਾਰੇ 100 ਤੱਕ ਗਿਣਤੀ ਲਿਖਣੀ ਹੈ ਤੇ ਉਹਨਾਂ ਨੂੰ ਖੁਦ ਇਹਦੀ ਦੁਹਰਾਈ ਕਰਨੀ ਹੈ, ਕਿਵੇਂ ਅਭਾਜ ਸੰਖਿਆਵਾਂ ਬਣਾਉਣੀਆਂ ਨੇ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਬਾਰ-ਬਾਰ ਰਿਪੀਟ ਕਰੋਗੇ, ਬੋਲੋਗੇ ਤਾਂ ਇਹਨਾਂ ਨੂੰ ਤੁਸੀਂ ਯਾਦ ਵੀ ਕਰ ਸਕਦੇ ਹੋ। ਠੀਕ ਹੈ, ਯਾਦ ਕਰ ਲਈਓ, ਬਹੁਤ ਕੰਮ ਆਉਂਦੀਆਂ ਨੇ ਕਿਉਂਕਿ ਹਰ ਕਲਾਸ ਦੇ ਵਿੱਚ ਇਹਨਾਂ ਦੀ ਤੁਹਾਨੂੰ ਜ਼ਰੂਰਤ ਪਏਗੀ। ਇਸ ਤੋਂ ਬਾਅਦ ਅਸੀਂ ਅਭਿਆਸ 3.2 ਦੇ ਪਹਿਲੇ 5 ਸਵਾਲ ਕਰਨੇ ਨੇ। तो आओ देखते हैं। तो ਇਹ ਸਾਡੇ ਕੋਲ ਪਹਿਲਾ ਸਵਾਲ ਹੈ, ਦੱਸੋ ਕਿ ਕਿਸੇ ਦੋ ਸੰਖਿਆਵਾਂ ਦਾ ਜੋੜ ਜਿਸਤ ਜਾਂ ਟਾਂਕ ਹੁੰਦਾ ਹੈ ਜੇਕਰ ਦੋਨੋਂ ਸੰਖਿਆਵਾਂ ਜਿਸਤ ਹੋਣ ਜਾਂ ਟਾਂਕ। ਠੀਕ ਹੈ, तो ਪਹਿਲਾ ਸਵਾਲ ਸਾਡੇ ਕੋਲ ਇਹ ਹੈ, ਜੇਕਰ ਦੋ ਸੰਖਿਆਵਾਂ ਸਾਡੇ ਕੋਲ ਦੋਨੋਂ ਹੀ ਸੰਖਿਆਵਾਂ ਜਿਸਤ ਹੋਣਗੀਆਂ ਤਾਂ ਉਹਨਾਂ ਦਾ ਜੋੜ ਵੀ ਜਿਸਤ ਹੁੰਦਾ ਹੈ। ਠੀਕ ਹੈ, और दूसरे सवाल का साडे कोल उत्तर है, जेकर दो संख्यावां टांक होणगियां तां उन्हां दा जोड़ फिर भी जिसत ही रहेगा। ठीक है, तो तुसी उदाहरणां जिहड़ियां कोई ना कोई लैके देख सकदे हो। दो संख्या, एक 2 लै लैने, एक 4, दोनों जिसत ने, दोनों दा जोड़ साडे कोल 6, ये भी जिसत है। एक असीं संख्या 4 लै लई, दूसरी 10, दोनों जिसत ने, दोनों दा जोड़ साडे कोल वो भी जिसत बनदा है। इसे
ढंग दे नाल टांग संख्यावां आपां लै लैंदे हां, 1 3 ते 1 5, तो 5 ते 3 साडे कोल 8 हो जांदे ने। दोनों टांग संख्यावां सी बट इन्हां दा जोड़फल जिहड़ा ओह साडे कोल जिसत हो गया। इस तो इलावा 11 लै लो, 11 जमा 13, तो 11 ते 13 दोनों ही टांग संख्यावां ने बट दोनों दा जोड़ जिहड़ा साडे कोल 24 बन जांदा है, जो कि एक जिसत संख्या है। ठीक है, तो संख्यावां दो चाहे जिसत होण, चाहे दोनों संख्यावां टांग होण, उन्हां दा जोड़ हमेशा ही जिसत हुंदा है। इस तो बाद अगे साडे कोल सच ते झूठ ने, ट्रू फॉल्स ने। तो देखते हैं आपां। सब तो पहला साडे कोल है 3 टांग संख्यावां दा जोड़ जिसत हुंदा है। तो जेकर असीं 3 टांग संख्यावां लईए, उन्हां दा जोड़ जिसत नहीं हुंदा, उन्हां दा जोड़ साडे कोल टांग ही हो जांदा है। आपां उदाहरण दे तौर ते लै सकदे हां, जिवें 1 3 लै लैने, 1 5 लै लैने और 1 असीं 7 लै लिया। ठीक है, तो तीनों टांग संख्यावां ने। जोड़ देखिए 5 3 8, 8 7 15। ठीक है, तो टांग संख्यावां अगर 3 ने तो उन्हां दा जोड़ जिहड़ा साडे कोल टांग होएगा, जे 2 हुंदियां फिर साडे कोल जिसत हुंदा है। ठीक है, तो 3 टांग संख्यावां दा जोड़ जिसत हुंदा है, ये साडे कोल ये झूठ है। इस तो बाद है 2 जिसत संख्यावां अते 1 टांग संख्या दा जोड़ जिसत हुंदा है, ये भी झूठ है। उदाहरण के तौर पर तुसीं देख सकते हो, 2 जिसत संख्यावां 1 2 1 4 ते 1 टांग संख्या वो असीं लै लैंदे हां 3। तो जोड़ जदों असीं लिखांगे 4 ते 2 6 6 ते 3 9 हो गए। तो 9 साडे कोल एक टांग संख्या बनती है, जिसत संख्या नहीं बनती। ठीक है, तो ये साडे कोल झूठ सी। इस तो बाद अगला है तीजा साडे कोल 3 टांग संख्यावां दा गुणनफल टांग हुंदा है। ये बिल्कुल सही है, सच है। तुसीं 3 टांग संख्यावां कोई भी लैके देख सकते हो, जिवें एक आपां संख्या लै लैंदे हां 3, 1 5 लै लो ते 1 7 लै लो। तो 7 5 35, 35 तीह 105 होंदे ने। ठीक है, तो 105 साडे कोल टांग संख्या है। तो कोई भी 3 असीं संख्यावां, ईवन जो 2 टांग संख्यावां भी आपां लवांगे, उन्हां दा गुणनफल भी साडे कोल टांग ही रहिंदा है। तो 3 दा गुणनफल भी साडे कोल टांग ही रहेगा। इस तो बाद है साडे कोल, जेकर किसी जिस संख्या नूं 2 नाल भाग कर दईए तां भागफल हमेशा टांग हुंदा है, ये झूठ है। देखो, जेकर असीं संख्या लैंदे हां 6, 6 नूं असीं 2 नाल भाग करदे हां, साडे कोल आएगा 3। जेकर असीं संख्या लै लईए 8, 8 नूं 2 नाल भाग करिए तां साडे कोल आएगा 4। ठीक है, तो जरूरी नहीं है जिस संख्या नूं 2 नाल भाग दईए तां भागफल हमेशा टांग हुंदा है। भागफल साडे कोल जिसत भी हो सकदा है। इस तो बाद अगला साडे कोल है सारियां भाज संख्यावां टांग हुंदियां ने। ये भी झूठ है, क्योंकि आपां देख के आए हैं एक साडे कोल जिस संख्या 2 हुंदी है, जिहड़ी कि अभाज हुंदी है। तो सारियां अभाज टांग नहीं हुंदियां, एक नूं छड्ड के बाकी सारियां अभाज संख्यावां टांग हुंदियां ने। ठीक है, अभाज संख्यावां दे कोई गुणनखंड नहीं हुंदे, ये भी झूठ है। अभाज संख्यावां दे 2 गुणनखंड हुंदे ने, एक ते संख्या खुद। ये भी आपां गल करके आए हैं। सो 2 गुणनखंड अभाज संख्यावां दे जरूर हुंदे ने। 2 अभाज संख्यावां दा जोड़ हमेशा जिसत हुंदा है, नहीं, ये जरूरी नहीं है। क्योंकि एक संख्या जेकर असीं 2 लै लैंदे, 2 भी साडे कोल अभाज संख्या है। दूजी संख्या मैं 5 लै लैंदा, 5 भी अभाज संख्या है। तो दोनों दा जोड़ जिहड़ा साडे कोलों 7 बन जाएगा, जो कि एक टांग संख्या है। इस तो बाद अगला सवाल साडे कोल है, केवल 2 ही एक जिसत अभाज संख्या है। बिल्कुल सच है, इहदे बारे आपां गल कर रहे हैं कि जिस संख्यावां दे विच सिर्फ 2 इहो जी संख्या है जिहड़ी अभाज है। ओनली प्राइम नंबर, ओनली ईवन प्राइम नंबर। ठीक है, सारियां जिस संख्यावां भाज संख्यावां हन, ये झूठ है। क्यों? क्योंकि एक संख्या जिस जिहड़ी 2 इहो जी संख्या है जो कि अभाज है। हाँ, इस तो इलावा बाकी सारियां जिस संख्यावां भाज हुंदियां ने, पर सारियां जिस संख्यावां नूं असीं भाज नहीं कह सकदे। अगला है 2 जिस संख्यावां दा गुणनफल हमेशा जिसत हुंदा है। बिल्कुल सही, सच है। कोई भी 2 जिस संख्यावां लो, उन्हां दा गुणनफल करो तो हमेशा ही तुहानूं जिसत मिलेगा। इस तो बाद अगला सवाल साडे कोल है, संख्या 13 ਅਤੇ 31 ਅਭਾਜ ਸੰਖਿਆਵਾਂ ਹਨ। ਇਹਨਾਂ ਦੋਹਾਂ ਸੰਖਿਆਵਾਂ ਵਿੱਚੋਂ 2 ਅੰਕ 1 ਅਤੇ 3 ਹਨ। 100 ਤੱਕ ਦੀਆਂ ਸੰਖਿਆਵਾਂ ਵਿੱਚ ਅਜਿਹੇ ਹੋਰ ਸਾਰੇ ਜੋੜੇ ਪਤਾ ਕਰੋ। ਠੀਕ ਹੈ, तो जिवें 13 है, 13 ਨੂੰ ਉਲਟਾ ਕੇ ਅਸੀਂ 31 ਲਿਖ ਲਿਆ। तो ਇਹ ਦੋਨੋਂ ਹੀ ਅਭਾਜ ਸੰਖਿਆਵਾਂ ਨੇ। ਇਹੋ ਜਿਹੇ ਹੋਰ ਅਸੀਂ ਜੋੜੇ ਦੇਖਣੇ ਆ ਜਿਨ੍ਹਾਂ ਨੂੰ ਉਲਟਾ ਕੇ ਲਿਖੀਏ ਤਾਂ ਉਹ ਸਾਡੇ ਕੋਲ ਅਭਾਜ ਸੰਖਿਆ ਹੀ ਬਣਦੀ ਹੋਵੇ। तो ਆਓ ਜਿਹੜੀਆਂ ਅਭਾਜ ਸੰਖਿਆਵਾਂ ਆਪਾਂ ਲਿਖੀਆਂ ਸੀ ਉਹਨਾਂ ਵਿੱਚ ਆਪਾਂ ਦੇਖ ਲੈਂਦੇ ਹਾਂ। तो ये साडे कोल ਉਹ ਸਾਰੀਆਂ ਭਾਜ ਸੰਖਿਆਵਾਂ ਨੇ। ਇਹਦੇ ਵਿੱਚ ਆਪਾਂ ਸਰਕਲ ਕਰ ਲੈਂਦੇ ਉਹ ਵਾਲੀਆਂ ਸੰਖਿਆਵਾਂ ਜਿਹੜੀਆਂ ਕਿ ਸਾਡੇ ਕੋਲ
ਜਿਹੜੇ ਇਸ ਢੰਗ ਦੇ ਨਾਲ ਸਾਡੇ ਕੋਲ ਜੋੜੇ ਬਣਦੇ ਨੇ, ਜਿਵੇਂ 13 ਤੇ 31 ਦਾ ਜੋੜਾ ਹੈ। ਠੀਕ ਹੈ, ਇਸ ਤੋਂ ਬਾਅਦ ਦੇਖੋ 17 ਹੈ। 17 ਨੂੰ ਅਗਰ ਅਸੀਂ ਦੇਖੀਏ ਤਾਂ 17 ਨੂੰ ਉਲਟਾਈਏ ਤਾਂ 71 ਬਣਦਾ ਹੈ। ਦੋਨੋਂ ਹੀ ਸਾਡੇ ਕੋਲੇ ਅਪਾਜ ਸੰਖਿਆਵਾਂ ਨੇ। ਠੀਕ ਹੈ, 19 ਨੂੰ ਉਲਟਾਈਏ 91 ਬਣਦਾ, ਨਹੀਂ ਉਹ ਅਪਾਜ ਸੰਖਿਆ ਨਹੀਂ ਹੈ। ਇਸ ਤੋਂ ਬਾਅਦ 23 ਨਹੀਂ ਬਣੇਗੀ, 92 ਨਹੀਂ ਬਣੇਗੀ, 13 ਤੇ 31 ਤੇ ਹੋ ਗਿਆ। 37 ਦੇ ਨਾਲ ਜੇਕਰ ਅਸੀਂ ਦੇਖੀਏ ਤਾਂ 37 ਦਾ ਉਲਟਾ ਕਰਾਂਗੇ ਤਾਂ 73 ਬਣੇਗਾ। ਇਹ ਵੀ ਸਾਡੇ ਕੋਲ ਅਪਾਜ ਸੰਖਿਆਵਾਂ ਦਾ ਜੋੜਾ ਹੈ ਦੋਨੋਂ। ਠੀਕ ਹੈ, ਦੋਨੋਂ ਇੱਕ ਹੀ ਸੰਖਿਆ 3 ਅਤੇ 7 ਦੇ ਨਾਲ ਬਣੇ ਨੇ, 3 7 ਤੇ 7 3। ਇਸ ਤੋਂ ਬਾਅਦ 41 43 47 ਹਾਂ 53 ਬਿਲਕੁਲ ਨਹੀਂ, 59 ਨਹੀਂ, 61 ਨਹੀਂ, 67 ਨਹੀਂ, 79 ਹਾਂ 79 ਤੇ 97, 79 ਤੇ 97 ਇਹ ਵੀ ਆਪਾਂ ਦੇਖ ਸਕਦੇ ਹਾਂ 7 ਤੇ 9 ਤੋਂ ਬਣੇ ਨੇ, 7 9 ਤੇ 9 7। ਠੀਕ ਹੈ, तो इस तरह सानू 3 जोड़े होर जिहड़े मिल गए ने 17 71 37 73 ਤੇ 79 97। तो ਆਪਾਂ ਇਹ ਸਾਰੇ ਉੱਤਰ ਦੇ ਵਿੱਚ ਆਪਣੇ ਲਿਖ ਸਕਦੇ ਹਾਂ। हल पहला जोड़ा है साडे कोल 17 ਅਤੇ 71 दोनों उपाय संख्यावां ने ते सिर्फ 2 अंकों तो बणीਆਂ ने। दूजा जोड़ा ਅਸੀਂ लिख सकते हैं 37 ਤੇ 73 और तीजा जोड़ा साडे कोल है 79 ਅਤੇ 97। ठीक है, इस तो बाद अगला सवाल 20 ਤੋਂ ਛੋਟੀਆਂ ਸਾਰੀਆਂ ਅਪਾਜ ਅਤੇ ਭਾਜ ਸੰਖਿਆਵਾਂ ਅਲੱਗ-ਅਲੱਗ ਲਿਖੋ। तो ਆਪਾਂ ਦੇਖੀਏ ਕਿਹੜੀਆਂ-ਕਿਹੜੀਆਂ ਸੰਖਿਆਵਾਂ ਸਾਡੇ ਕੋਲ ਭਾਜ ਹੁੰਦੀਆਂ ਨੇ, ਕਿਹੜੀਆਂ ਭਾਜ ਹੁੰਦੀਆਂ ਨੇ। तो ਸਭ ਤੋਂ ਪਹਿਲਾਂ ਆਪਾਂ ਭਾਜ ਸੰਖਿਆਵਾਂ ਲਿਖਦੇ ਨੇ ਤੇ ਫਿਰ ਅਸੀਂ ਅਪਾਜ ਸੰਖਿਆਵਾਂ ਲਿਖਾਂਗੇ। तो ਪਹਿਲਾਂ ਅਪਾਜ ਲਿਖ ਲੈਂਦੇ ਹਾਂ। ਅਪਾਜ ਸਾਡੇ ਕੋਲ ਹੁੰਦੀਆਂ ਨੇ 2 3 5 7 11 13 17 ਅਤੇ 19। ਇਹ 20 ਤੋਂ ਛੋਟੀਆਂ ਸਾਰੀਆਂ ਭਾਜ ਸੰਖਿਆਵਾਂ ਨੇ। ਭਾਜ ਸੰਖਿਆਵਾਂ ਸਾਡੇ ਕੋਲ ਕਿਹੜੀਆਂ ਬਣਨਗੀਆਂ 4 6 ਜਿਹੜੀਆਂ ਵਿੱਚ ਵਾਲੀਆਂ ਰਹਿ ਗਈਆਂ ਉਹ ਸਾਰੀਆਂ ਆ ਜਾਣਗੀਆਂ 4 5 ਤੋਂ ਬਾਅਦ 6 7 ਤੋਂ ਬਾਅਦ 8 ਫਿਰ 9 ਫਿਰ 10 11 ਤੋਂ ਬਾਅਦ 12 13 ਭਾਜ ਸੰਖਿਆ ਹੈ 14 15 16 ਫਿਰ 17 ਭਾਜ ਸੰਖਿਆ ਹੈ 18 ਅਤੇ 20। ठीक है, वैसे 20 तो छोटियां कई सीगियां 20 चलो आप लिख लेने। तो 20 तो छोटियां सिर्फ 18 तक ही आएंगियां साडे कोल। ठीक है, तो ये साडे कोल भाज संख्यावां ने, ये अपाज संख्यावां ने। ठीक है, इस तो बाद अगला सवाल है साडे कोल 5वां 1 ਅਤੇ 10 ਦੇ ਵਿਚਕਾਰਲੀ ਸਭ ਤੋਂ ਵੱਡੀ ਅਪਾਜ ਸੰਖਿਆ ਲਿਖੋ। तो 1 ਅਤੇ 10 ਦੇ ਵਿਚਕਾਰ ਸਭ ਤੋਂ ਵੱਡੀ ਅਪਾਜ ਸੰਖਿਆ ਸਾਡੇ ਕੋਲ ਹੈ 7। ठीक है ना, 2 3 5 7 7 ਤੋਂ ਬਾਅਦ ਫਿਰ 11 ਆ ਜਾਏਗਾ। ठीक है विद्यार्थियों, मैंने उम्मीद है कि अज का लैसन तुसीं बहुत चंगे ढंग दे नाल देखिया होएगा ते हर एक चीज़ नूं समझिया भी होएगा। इहदे विच जिहड़ियां भाज संख्यावां दे बारे असीं गल कीती है ये तुसीं खुद जरूर बनाना है और इस तो बाद सारियां भाज संख्यावां जिहड़ियां वो बार-बार रिपीट करके इन्हां नूं याद भी करना है। ठीक है, तो फिर आपां मिलदे हां अगली वीडियो दे विच अगले क्वेश्चनस दे नाल। उदों तक सत श्री अकाल।